ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਰਿਸਪੈਕਟਡ ਟੀਚਰਸ ਐਂਡ ਮਾਈ ਡੀਅਰ ਸਟੂਡੈਂਟਸ, ਅੱਜ ਤੁਹਾਨੂੰ ਸੋਸ਼ਲ ਸਾਇੰਸ ਦਾ ਨੈਸ ਦਾ ਪੇਪਰ ਹੱਲ ਕਰਵਾਵਾਂਗੇ। ਸਭ ਤੋਂ ਪਹਿਲੇ ਤੁਹਾਨੂੰ ਰਿਕੁਐਸਟ ਹੈ ਕਿ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਵੀਡੀਓ ਨੂੰ ਐਂਡ ਤੱਕ ਦੇਖਿਆ ਕਰੋ ਐਂਡ ਸ਼ੇਅਰ ਜ਼ਰੂਰ ਕਰਿਆ ਕਰੋ। ਠੀਕ ਹੈ ਜੀ, ਸੋਸ਼ਲ ਸਾਇੰਸ ਦਾ ਪੇਪਰ ਜਿਹੜਾ ਨੈਸ ਦਾ ਹੈਗਾ ਉਸ ਨੂੰ ਅੱਜ ਸੋਲਵ ਕਰਾਂਗੇ ਅਸੀਂ। ਫਰਸਟ ਕੁਐਸਚਨ ਹੈ, ਨਸਲਵਾਦ ਤੇ ਰੰਗ ਭੇਦ ਦੀ ਨੀਤੀ ਇਤਿਹਾਸਕ ਤੌਰ ਤੇ ਕਿਸ ਦੇਸ਼ ਨਾਲ ਸੰਬੰਧਿਤ ਹੈ? ਇਹ ਦੱਖਣੀ ਅਫਰੀਕਾ ਦੇ ਨਾਲ ਸੰਬੰਧਿਤ ਸੀ। ਕਾਨੂੰਨ ਦੇ ਸ਼ਾਸਨ ਦਾ ਸਿਧਾਂਤ ਕੀ ਹੈ? ਕਾਨੂੰਨ ਬਰਾਬਰੀ, ਕਾਨੂੰਨ ਦੇ ਸਾਹਮਣੇ ਸਮਾਨਤਾ। ਹੇਠਾਂ ਲਿਖਿਆਂ ਵਿੱਚੋਂ ਕਿਹੜੀ ਸੰਸਥਾ ਕੋਲ ਨਾਗਰਿਕਾਂ ਦੁਆਰਾ ਆਪਣੇ ਬੁਨਿਆਦੀ ਅਧਿਕਾਰਾਂ ਦੀ ਰੱਖਿਆ ਕਰਨ ਲਈ ਪਹੁੰਚ ਕੀਤੀ ਜਾਂਦੀ ਹੈ? ਨਿਆਂਪਾਲਿਕਾ ਦੇ ਕੋਲ। ਇੱਕ ਦੇਸ਼ ਦੀ ਏਕਤਾ ਕਮਜ਼ੋਰ ਹੁੰਦੀ ਹੈ ਜਦ ਬਹੁਗਿਣਤੀ ਲੋਕ ਸ਼ਕਤੀ ਦੀ ਭਾਗੀਦਾਰੀ ਤੋਂ ਇਨਕਾਰ ਕਰ ਦੇਣ। ਹੇਠਾਂ ਲਿਖਿਆਂ ਵਿੱਚੋਂ ਕਿਹੜਾ ਤੱਤ ਲੋਕਤੰਤਰ ਦੀ ਉਪਜ ਨਹੀਂ ਹੈ? ਠੀਕ ਹੈ, ਨਿਰੰਕੁਸ਼ ਸ਼ਾਸਨ। ਡੈਮੋਕ੍ਰੈਟਿਕ ਸਰਕਾਰ ਨੂੰ ਕਿਸੇ ਫੈਸਲੇ ਤੇ ਪਹੁੰਚਣ ਤੇ ਵਧੇਰੇ ਸਮਾਂ ਲੱਗਦਾ ਹੈ। ਇਹਨਾਂ ਵਿੱਚੋਂ ਕਿਹੜਾ ਕਾਰਨ ਹੋ ਸਕਦਾ ਹੈ? ਕਿਉਂਕਿ ਸਰਕਾਰ ਹੈ ਜਿਹੜੀ ਉਹ ਫੈਸਲੇ ਤੇ ਪਹੁੰਚਣ ਤੋਂ ਪਹਿਲਾਂ ਸਾਰੇ ਹਿੱਸੇਦਾਰਾਂ ਦੀ ਸਲਾਹ ਲੈਂਦੀ ਹੈ। ਭਾਰਤ ਕਿਹੜੀ ਨਿਮਨਲਿਖਤ ਪ੍ਰਣਾਲੀ ਦੀ ਉਦਾਹਰਣ ਹੈ? ਲੋਕਤੰਤਰ। ਜਿਸ ਤਰ੍ਹਾਂ ਕਿ ਸਾਨੂੰ ਸਾਰਿਆਂ ਨੂੰ ਪਤਾ ਹੈ ਕਿ ਸਾਡੇ ਇੰਡੀਆ ਦੇ ਵਿੱਚ ਜਿਹੜੀ ਹੈਗੀ ਹੈ ਡੈਮੋਕ੍ਰੈਟਿਕ ਸਰਕਾਰ ਹੈ, ਸਭ ਤੋਂ ਵੱਡਾ ਲੋਕਤੰਤਰ ਹੈਗਾ ਵਰਲਡ ਦਾ। ਖੇਤਰੀ ਪਾਰਟੀਆਂ ਦੀ ਮਦਦ ਨਾਲ ਕੇਂਦਰ ਵਿੱਚ ਗੱਠਜੋੜ ਸਰਕਾਰ ਦਾ ਗਠਨ ਸੰਘਵਾਦ ਦੀ ਮਜ਼ਬੂਤੀ ਤੱਕ ਜਾਵੇਗਾ। ਲੋਕਤੰਤਰ ਹੇਠਲਿਆਂ ਵਿੱਚੋਂ ਕਿਹਨਾਂ ਦੀਆਂ ਜ਼ਰੂਰਤਾਂ ਵੱਲ ਧਿਆਨ ਦਿੰਦਾ ਹੈ? ਸਾਰੇ ਲੋਕ। ਕਿਉਂਕਿ ਜਿਹੜੀ ਲੋਕਤੰਤਰ ਦੀ ਸਰਕਾਰ ਹੁੰਦੀ ਹੈ, ਡੈਮੋਕ੍ਰੇਸੀ ਹੁੰਦੀ ਹੈ, ਉਹ ਫਾਰ ਦਾ ਪੀਪਲ। ਆਪਾਂ ਉਹਦੇ ਵਿੱਚ ਪੜ੍ਹਦੇ ਆ ਨਾ ਵੀ ਲੋਕਾਂ ਦੇ ਲਈ ਹੁੰਦੀ ਹੈ, ਲੋਕਾਂ ਦੀ ਸਰਕਾਰ ਹੁੰਦੀ ਹੈ, ਤੇ ਇਹਦੇ ਵਿੱਚ ਸਾਰੇ ਲੋਕ ਹੈ ਜਿਹੜੇ ਉਹ ਡਾਇਰੈਕਟ ਜਾਂ ਇਨਡਾਇਰੈਕਟ ਵੇ ਦੇ ਨਾਲ ਪਾਰਟਿਸਿਪੇਟ ਕਰਦੇ ਹੈ। ਸੋ ਦੈਟਸ ਵਾਈ ਜਿਹੜੀ ਲੋਕਤੰਤਰੀ ਸਰਕਾਰ ਹੁੰਦੀ ਹੈ ਉਹ ਸਾਰੇ ਹੀ ਲੋਕਾਂ ਦੀਆਂ ਜ਼ਰੂਰਤਾਂ, ਉਹਨਾਂ ਦੇ ਹਿੱਤਾਂ ਵੱਲ ਬਹੁਤ ਜ਼ਿਆਦਾ ਧਿਆਨ ਦਿੰਦੀ ਹੈ। ਹੇਠਾਂ ਲਿਖਿਆਂ ਵਿੱਚੋਂ ਕਿਹੜਾ ਕਥਨ ਜਨਤਕ ਹਿੱਤ ਸਮੂਹਾਂ ਬਾਰੇ ਸੱਚ ਹੈ? ਸਾਰੇ ਵਰਗਾਂ ਦੀ ਭਲਾਈ ਵਿੱਚ ਵਾਧਾ। ਹੇਠਾਂ ਲਿਖਿਆਂ ਵਿੱਚੋਂ ਕਿਹੜਾ ਸੰਗਠਨ ਰਾਜਨੀਤਿਕ ਸ਼ਕਤੀ ਜਿੱਤਣ ਲਈ ਲੋਕਾਂ ਨੂੰ ਆਪਣੇ ਪੱਖ ਵਿੱਚ ਕਰਨ ਲਈ ਪ੍ਰੇਰਿਤ ਕਰਦਾ ਹੈ? ਰਾਜਨੀਤਿਕ ਪਾਰਟੀਆਂ ਜਾਂ ਪੋਲੀਟੀਕਲ ਪਾਰਟੀਆਂ ਜਿਹੜੀਆਂ ਹੁੰਦੀਆਂ ਨੇ ਉਹ ਰਾਜਨੀਤਿਕ ਸੱਤਾ ਨੂੰ ਜਿੱਤਣ ਦੇ ਲਈ ਲੋਕਾਂ ਨੂੰ ਆਪਣੇ ਪੱਖ ਵਿੱਚ ਕਰਦੀਆਂ ਨੇ, ਉਹਨਾਂ ਨੂੰ ਮੋਟੀਵੇਟ ਕਰਦੀਆਂ, ਪ੍ਰੇਰਿਤ ਕਰਦੀਆਂ ਨੇ। ਠੀਕ ਹੈ, ਅਸੀਂ ਦੇਖਦੇ ਹਾਂ ਕਿ ਜਦੋਂ ਇਲੈਕਸ਼ਨਸ ਹੁੰਦੀਆਂ ਨੇ ਤਾਂ ਬਹੁਤ ਸਾਰੀਆਂ ਰੈਲੀਆਂ ਕੀਤੀਆਂ ਜਾਂਦੀਆਂ ਨੇ ਪੋਲੀਟੀਕਲ ਪਾਰਟੀਜ਼ ਦੁਆਰਾ, ਆਪਣਾ ਪ੍ਰਚਾਰ ਕੀਤਾ ਜਾਂਦਾ ਹੈ, ਆਪਣੀਆਂ ਅਚੀਵਮੈਂਟਸ ਹੈ ਜਿਹੜੀਆਂ ਉਹ ਲੋਕਾਂ ਨੂੰ ਦੱਸੀਆਂ ਜਾਂਦੀਆਂ ਨੇ ਉਹਨਾਂ ਦੇ ਦੁਆਰਾ। ਲੋਕਤੰਤਰ ਕਿਸੇ ਵੀ ਹੋਰ ਸਰਕਾਰ ਨਾਲੋਂ ਬਿਹਤਰ ਕਿਉਂ ਹੈ? ਕਿਉਂਕਿ ਇਹ ਆਪਣੇ ਨਾਗਰਿਕਾਂ ਵਿਚਕਾਰ ਸਮਾਨਤਾ ਨੂੰ ਵਧਾਉਂਦਾ ਹੈ। ਇੱਕ ਵਿਸ਼ਵਾਸ ਹੈ ਕਿ ਇੱਕ ਦੇਸ਼ ਵਿੱਚ ਬਹੁਗਿਣਤੀ ਦਾ ਸੰਕਲਪ ਕਰਨ ਵਾਲਿਆਂ ਨੂੰ ਸਾਰੇ ਲੋਕਾਂ ਲਈ ਨਿਯਮ ਬਣਾਉਣਾ ਚਾਹੀਦਾ ਹੈ ਜੋ ਕਿ ਦੂਜਿਆਂ ਦੀਆਂ ਇੱਛਾਵਾਂ ਨੂੰ ਨਜ਼ਰਅੰਦਾਜ਼ ਕਰਦੇ ਹਨ। ਉਹਨਾਂ ਨੂੰ ਕੀ ਕਿਹਾ ਜਾਂਦਾ ਹੈ? ਸਰਬ ਸੱਤਾਵਾਦ। ਹੇਠਾਂ ਲਿਖਿਆਂ ਵਿੱਚੋਂ ਕਿਹੜਾ ਦੇਸ਼ ਇਕਾਈਆਂ ਦੇ ਇਕੱਠੇ ਹੋ ਕੇ ਸੰਘ ਬਣਾਉਣ ਦੀ ਉਦਾਹਰਣ ਹੈ? ਰੂਸੀ ਸੰਘ, ਰਸ਼ੀਅਨ ਯੂਨੀਅਨ ਜਿਹੜੀ ਸੀਗੀ। ਭਾਰਤ ਦੀ ਸੰਘ ਸੂਚੀ ਵਿੱਚ ਹੇਠਾਂ ਲਿਖਿਆਂ ਵਿੱਚੋਂ ਕਿਹੜਾ ਵਿਸ਼ਾ ਸ਼ਾਮਿਲ ਨਹੀਂ ਹੈ? ਪੁਲਿਸ। ਜਿਹੜਾ ਪੁਲਿਸ ਦਾ ਬੱਚੋ ਵਿਸ਼ਾ ਹੁੰਦਾ ਸਬਜੈਕਟ, ਇਹ ਸਟੇਟ ਦੇ ਵਿੱਚ, ਸਟੇਟ ਲਿਸਟ ਦੇ ਵਿੱਚ ਆਉਂਦਾ ਹੈ। ਜਿਹੜੇ ਬਾਕੀ 3 ਵਿਸ਼ੇ ਨੇ, ਵਿਦੇਸ਼ੀ ਮਾਮਲੇ, ਬੈਂਕਿੰਗ ਤੇ ਰੱਖਿਆ, ਇਹ ਸਾਰੇ ਜਿਹੜੇ ਹੈਗੇ ਯੂਨੀਅਨ ਲਿਸਟ ਦੇ ਵਿੱਚ ਆਉਂਦੇ ਆ। ਇਹ ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਯੂਨੀਅਨ ਲਿਸਟ ਦੇ ਵਿੱਚ ਕਿਹੜੇ ਕਿਹੜੇ ਸਬਜੈਕਟ ਹੈ, ਸਟੇਟ ਲਿਸਟ ਦੇ ਵਿੱਚ ਕਿਹੜੇ ਕਿਹੜੇ ਸਬਜੈਕਟ ਆਉਂਦੇ ਨੇ। ਮੰਨ ਲਓ ਤੁਸੀਂ ਟੁੱਥਪੇਸਟ ਖਰੀਦਣਾ ਚਾਹੁੰਦੇ ਹੋ ਅਤੇ ਦੁਕਾਨ ਦੇ ਮਾਲਕ ਦਾ ਕਹਿਣਾ ਹੈ ਕਿ ਉਹ ਟੁੱਥਪੇਸਟ ਤਾਂ ਹੀ ਵੇਚੇਗਾ ਜੇਕਰ ਤੁਸੀਂ ਟੁੱਥਬ੍ਰਸ਼ ਵੀ ਨਾਲ ਲਓਗੇ। ਕਿਸ ਅਧਿਕਾਰ ਅਧੀਨ ਤੁਸੀਂ ਕੇਵਲ ਟੁੱਥਪੇਸਟ ਖਰੀਦ ਸਕਦੇ ਹੋ? ਚੋਣ ਦਾ ਅਧਿਕਾਰ, ਰਾਈਟ ਟੂ ਚੁਆਇਸ। ਬੇਟਾ ਇਹ ਕੰਜ਼ਿਊਮਰ ਰਾਈਟਸ ਹੁੰਦੇ ਨੇ। ਇੱਕ ਉਪਭੋਗਤਾ ਦੇ ਤੌਰ ਤੇ ਤੁਹਾਨੂੰ ਕਾਫੀ ਸਾਰੇ ਅਧਿਕਾਰ ਮਿਲੇ ਹੋਏ ਨੇ, ਤਾਂ ਉਹਨਾਂ ਦੀ ਵਰਤੋਂ ਕਰਦੇ ਹੋਏ ਤੁਸੀਂ ਆਪਣੇ ਜਿਹੜੇ ਤੁਹਾਡੇ ਐਜ਼ ਏ ਕੰਜ਼ਿਊਮਰ ਜਿੰਨੇ ਵੀ ਤੁਹਾਡੇ ਰਾਈਟਸ ਹੈ ਉਹਨਾਂ ਦੇ ਪ੍ਰਤੀ ਅਵੇਅਰ ਹੋਣਾ ਤੁਹਾਡੇ ਲਈ ਬਹੁਤ ਜ਼ਰੂਰੀ ਹੈ। ਤਾਂ ਉਹਨਾਂ ਵਿੱਚੋਂ ਇੱਕ ਚੋਣ ਦਾ ਅਧਿਕਾਰ ਵੀ ਹੈ। ਠੀਕ ਹੈ, ਤਾਂ ਜੇਕਰ ਅਗਰ ਕੋਈ ਦੁਕਾਨਦਾਰ ਤੁਹਾਨੂੰ ਕੰਡੀਸ਼ਨ ਰੱਖਦਾ ਕੋਈ ਤੁਹਾਡੇ ਅੱਗੇ ਕਿ ਉਹ ਤੁਹਾਨੂੰ ਇਹ ਚੀਜ਼ ਤਾਂ ਹੀ ਦੇਵੇਗਾ ਜੇਕਰ ਤੁਸੀਂ ਇੱਕ ਹੋਰ ਚੀਜ਼ ਵੀ ਨਾਲ ਖਰੀਦੋਗੇ, ਤਾਂ ਉੱਥੇ ਤੁਹਾਡੇ ਕੋਲੇ ਰਾਈਟ ਹੁੰਦਾ ਹੈ ਕਿ ਤੁਸੀਂ ਉਸ ਦਾ ਜਿਹੜਾ ਹੈਗਾ ਵਿਰੋਧ ਕਰ ਸਕੋ। ਤਾਂ ਉਸ ਵੇਲੇ ਤੁਹਾਡੇ ਕੋਲੇ ਜਿਹੜਾ ਚੋਣ ਦਾ ਅਧਿਕਾਰ ਹੈ ਉਸ ਦੇ ਅਧੀਨ ਤੁਸੀਂ ਕਹੋਗੇ ਕਿ ਮੈਂ ਸਿਰਫ ਇੱਕ ਚੀਜ਼ ਹੀ ਖਰੀਦਣੀ ਹੈ ਕਿਉਂਕਿ ਮੈਨੂੰ ਇਸ ਚੀਜ਼ ਦੀ ਹੀ ਨੀਡ ਹੈ।
ਨੌਕਰੀ ਦੇ ਬਾਜ਼ਾਰ ਵਿੱਚ ਇੱਕ ਵਿਅਕਤੀ ਦੀ ਕਮਾਈ ਦੇ ਦੋ ਮੁੱਖ ਨਿਰਧਾਰਿਤ ਤੱਤ ਕਿਹੜੇ ਹਨ? ਹੁਨਰ ਅਤੇ ਸਿੱਖਿਆ, ਸਕਿੱਲ ਐਂਡ ਐਜੂਕੇਸ਼ਨ। ਇਹਨਾਂ ਵਿੱਚੋਂ ਕਿਹੜਾ ਤੱਤ ਮਨੁੱਖੀ ਵਿਕਾਸ ਨੂੰ ਸੂਚਕ ਨੂੰ ਮਾਪਣ ਦਾ ਮਾਪਦੰਡ ਨਹੀਂ ਹੈ? ਬੇਰੁਜ਼ਗਾਰੀ ਦੀ ਦਰ। ਠੀਕ ਹੈ, ਜਿਹੜਾ ਮਨੁੱਖੀ ਵਿਕਾਸ ਸੂਚਕ ਅੰਕ ਹੁੰਦਾ ਉਸ ਨੂੰ ਮਾਪਿਆ ਜਾਂਦਾ ਹੈ। ਮਨੁੱਖੀ ਵਿਕਾਸ ਹਿਊਮਨ ਡਿਵੈਲਪਮੈਂਟ ਇੰਡੈਕਸ ਹੈ ਜਿਹੜਾ, ਉਸ ਨੂੰ ਮੈਜ਼ਰ ਕੀਤਾ ਜਾਂਦਾ ਹੈ। ਉਹਦੇ ਵਿੱਚ ਸਾਖਰਤਾ ਦਰ ਵੀ ਦੇਖੀ ਜਾਂਦੀ ਹੈ, ਪਰ ਕੈਪੀਟਾ ਇਨਕਮ ਵੀ ਦੇਖੀ ਜਾਂਦੀ ਹੈ, ਐਂਡ ਲਾਈਫ ਐਕਸਪੈਕਟੈਂਸੀ ਵੀ ਉਹਦੇ ਵਿੱਚ ਦੇਖੀ ਜਾਂਦੀ ਹੈ। ਪਰੰਤੂ ਜਿਹੜੀ ਬੇਰੁਜ਼ਗਾਰੀ ਦੀ ਦਰ ਹੈ ਇਹ ਉਹਦੇ ਵਿੱਚ ਇਨਕਲੂਡ ਨਹੀਂ ਹੁੰਦੀ, ਇਸ ਕਰਕੇ ਸਾਡਾ ਇਹ ਆਨਸਰ ਆਵੇਗਾ। ਇੱਕ ਦੇਸ਼ ਲਈ ਸਥਾਈ ਜਾਂ ਟਿਕਾਊ ਵਿਕਾਸ ਦਾ ਕੀ ਅਰਥ ਹੁੰਦਾ ਹੈ? ਸਥਾਈ ਜਾਂ ਟਿਕਾਊ ਵਿਕਾਸ ਹੁੰਦਾ ਹੈ ਸਸਟੇਨੇਬਲ ਡਿਵੈਲਪਮੈਂਟ। ਠੀਕ ਹੈ, ਤਾਂ ਉਹਦਾ ਅਰਥ ਹੁੰਦਾ ਹੈਗਾ ਸਾਧਨਾਂ ਦੀ ਯੋਗ ਵਰਤੋਂ ਅਤੇ ਸੰਭਾਲ ਕਰਨੀ, ਕਿ ਕਿਸੇ ਦੇਸ਼ ਕੋਲ ਜਿੰਨੇ ਵੀ ਰਿਸੋਰਸਿਸ ਹੈ ਉਹਨਾਂ ਦੀ ਸਹੀ ਢੰਗ ਨਾਲ ਵਰਤੋਂ ਕਰਨੀ, ਇਸ ਤਰੀਕੇ ਨਾਲ ਵਰਤੋਂ ਕਰਨੀ ਕਿ ਉਹਦੇ ਨਾਲ ਵਾਤਾਵਰਣ ਵੀ ਪ੍ਰਦੂਸ਼ਿਤ ਨਾ ਹੋਵੇ, ਕਿਸੇ ਦਾ ਨੁਕਸਾਨ ਵੀ ਨਾ ਹੋਵੇ, ਅਤੇ ਜਿਹੜੇ ਸਾਧਨ ਹੈ ਉਹਨਾਂ ਦੀ ਵਰਤੋਂ ਵੀ ਸਹੀ ਢੰਗ ਨਾਲ ਹੋਵੇ, ਅਤੇ ਦੇਸ਼ ਦਾ ਵਿਕਾਸ ਵੀ ਵਧੀਆ ਢੰਗ ਨਾਲ ਹੋਵੇ, ਤਾਂ ਉਸਨੂੰ ਕਿਹਾ ਜਾਂਦਾ ਹੈ ਸਸਟੇਨੇਬਲ ਡਿਵੈਲਪਮੈਂਟ। ਅੱਗੇ ਇੱਕ ਟੇਬਲ ਦਿੱਤਾ ਹੋਇਆ, ਇਹਦੇ ਅਕੋਰਡਿੰਗਲੀ ਆਨਸਰ ਦੇਵਾਂਗੇ। ਡੈਸ਼ ਪਿੰਡੂ ਕੁੜੀਆਂ ਸਕੂਲ ਵਿੱਚ ਨਹੀਂ ਜਾ ਰਹੀਆਂ 66%। ਠੀਕ ਹੈ, ਅਸੀਂ ਦੇਖ ਹੀ ਸਕਦੇ ਹਾਂ ਸਕੂਲ ਵਿੱਚ ਦਾਖਲ 10 ਤੋਂ 14 ਸਾਲ ਦੇ ਪਿੰਡੂ ਬੱਚਿਆਂ ਦੀ ਪ੍ਰਤੀਸ਼ਤ ਹੈ ਜਿਹੜੀ, ਲੜਕਿਆਂ ਦੀ ਪ੍ਰਤੀਸ਼ਤ ਇੰਨੀ ਹੈ ਅਤੇ ਲੜਕੀਆਂ ਦੀ ਜਿਹੜੀ ਹੈਗੀ ਹੈ 34% ਹੈ। ਇਹ ਸਕੂਲ ਜਾ ਰਹੀਆਂ ਨੇ, ਪਰ ਸਾਨੂੰ ਇੱਥੇ ਪੁੱਛਿਆ ਸਕੂਲ ਨਹੀਂ ਜਾ ਰਹੀਆਂ, ਸੋ ਅਸੀਂ ਇਹਦੇ ਵਿੱਚੋਂ ਸਬਟਰੈਕਟ ਕਰ ਦਾਂਗੇ 34% ਨੂੰ 100 ਦੇ ਵਿੱਚੋਂ, ਸੋ ਸਾਡਾ ਆਨਸਰ ਆ ਜਾਵੇਗਾ 66%। ਹੇਠਾਂ ਲਿਖਿਆ ਵਿੱਚੋਂ ਕਿਹੜੀ ਕਿਰਿਆ ਜਿਹੜੀ ਉਹ ਆਰਥਿਕ ਗਤੀਵਿਧੀ ਹੈ? ਸ਼ੀਲਾ ਸਬਜ਼ੀਆਂ ਦੀ ਪੈਦਾਵਾਰ ਕਰਦੀ ਹੈ ਤੇ ਇਸ ਨੂੰ ਬਾਜ਼ਾਰ ਵਿੱਚ ਵੇਚਦੀ ਹੈ। ਬਾਕੀ ਜਿਹੜੀਆਂ ਤਿੰਨੋਂ ਐਕਟੀਵਿਟੀਜ਼ ਸਾਨੂੰ ਦਿੱਤੀਆਂ ਹੋਈਆਂ ਨੇ ਇਹ ਨਾਨ ਇਕਨੋਮਿਕ ਹੈ। ਠੀਕ ਹੈ, ਇਹੀ ਐਕਟੀਵਿਟੀ ਹੈ ਜਿਹੜੀ ਇਹ ਇਕਨੋਮਿਕ ਐਕਟੀਵਿਟੀ ਹੈ। ਕਿਸ ਕਿਸਮ ਦੀ ਭੁੱਖ ਮਾਤਰਾ ਤੇ ਗੁਣਵੱਤਾ ਦੇ ਆਧਾਰ ਤੇ ਲਗਾਤਾਰ ਅਪੂਰਨ ਖੁਰਾਕ ਦਾ ਨਤੀਜਾ ਹੈ? ਪ੍ਰਾਣੀ ਭੁੱਖ। ਇਸ ਨੂੰ ਕ੍ਰੋਨਿਕ ਹੰਗਰ ਵੀ ਕਹਿੰਦੇ ਆ ਬੱਚੋ। ਠੀਕ ਹੈ, ਹੰਗਰ ਦੀਆਂ ਵੀ ਕਿਸਮਾਂ ਹੁੰਦੀਆਂ ਨੇ, ਜਿਸ ਤਰ੍ਹਾਂ ਸੀਜ਼ਨਲ ਹੰਗਰ ਹੋ ਗਈ, ਕ੍ਰੋਨਿਕ ਹੰਗਰ ਹੋ ਗਈ। ਠੀਕ ਹੈ, ਤੇ ਪਰ ਇਹਦੇ ਵਿੱਚ ਸਾਡਾ ਆਨਸਰ ਆਏਗਾ ਪੁਰਾਣੀ ਭੁੱਖ। ਛੁਪੀ ਹੋਈ ਬੇਰੁਜ਼ਗਾਰੀ ਉਦੋਂ ਵਾਪਰਦੀ ਹੈ ਜਦੋਂ ਲੋੜ ਤੋਂ ਵੱਧ ਲੋਕ ਹੈ ਜਿਹੜੇ ਉਹ ਕੰਮ ਦੇ ਵਿੱਚ ਲੱਗੇ ਹੋਏ ਹੁੰਦੇ ਆ। ਕੁੱਲ ਘਰੇਲੂ ਉਤਪਾਦ ਜਿਸ ਨੂੰ GDP ਵੀ ਕਹਿੰਦੇ ਹਾਂ, ਇਹ ਰੂਪ ਵਿੱਚ ਗਿਣਿਆ ਜਾਂਦਾ ਹੈ ਗ੍ਰੋਸ ਡੋਮੈਸਟਿਕ ਪ੍ਰੋਡਕਟ, ਇਸ ਦੀ ਫੁੱਲ ਫਾਰਮ ਹੁੰਦੀ ਹੈ ਬੱਚੋ। ਤਾਂ ਕਿਸੇ ਖਾਸ ਸਾਲ ਦੇ ਦੌਰਾਨ ਦੇਸ਼ ਦੇ ਅੰਦਰ ਪੈਦਾ ਕੀਤੀਆਂ ਗਈਆਂ ਸਾਰੀਆਂ ਅੰਤਿਮ ਵਸਤੂਆਂ ਅਤੇ ਸੇਵਾਵਾਂ ਦੇ ਰੂਪ ਦੇ ਵਿੱਚ ਗਿਣਿਆ ਜਾਂਦਾ ਹੈ ਸਾਡਾ GDP, ਕਿਸੇ ਵੀ ਦੇਸ਼ ਦਾ ਜਿਹੜਾ GDP ਹੁੰਦਾ ਹੈ। ਸੋ ਫਸਟ ਆਪਸ਼ਨ ਇਜ਼ ਰਾਈਟ ਆਨਸਰ। ਇਹਨਾਂ ਵਿੱਚੋਂ ਕਿਹੜੀ ਸੰਗਠਿਤ ਖੇਤਰ ਦੀ ਵਿਸ਼ੇਸ਼ਤਾ ਨਹੀਂ ਹੈ? ਸੰਗਠਿਤ ਖੇਤਰ ਹੁੰਦਾ ਬੱਚੋ ਆਰਗੇਨਾਈਜ਼ਡ ਸੈਕਟਰ। ਠੀਕ ਹੈ, ਤਾਂ ਇਹਦੇ ਵਿੱਚ ਇਹਨੇ ਵਿਸ਼ੇਸ਼ਤਾ ਨਹੀਂ ਪੁੱਛਿਆ। ਕੁਐਸਚਨ ਨੂੰ ਪਹਿਲੇ ਅੱਛੀ ਤਰ੍ਹਾਂ ਰੀਡ ਕਰੋ। ਬਾਕੀ ਸਾਰੀਆਂ ਵਿਸ਼ੇਸ਼ਤਾਵਾਂ ਜਿਹੜੀਆਂ ਇਹ ਸੰਗਠਿਤ ਖੇਤਰ ਦੀਆਂ ਹੁੰਦੀਆਂ, ਅਸੀਮਿਤ ਕੰਮ ਦੇ ਘੰਟੇ। ਠੀਕ ਹੈ, ਇੱਕ ਲਿਮਟਿਡ ਜਿਹੜੇ ਹੈਗੇ ਕੰਮ ਦੇ ਘੰਟੇ ਹੀ ਤੁਸੀਂ ਕੰਮ ਕਰਨਾ ਹੁੰਦਾ ਉੱਥੇ, ਉਸ ਤੋਂ ਜ਼ਿਆਦਾ ਤੁਹਾਡੇ ਤੋਂ ਕੰਮ ਨਹੀਂ ਲਿਆ ਜਾ ਸਕਦਾ। ਪਰ ਇੱਥੇ ਅਸੀਮਿਤ ਲਿਖਿਆ ਹੋਇਆਗਾ ਵੀ ਕਿੰਨੇ ਮਰਜ਼ੀ ਸਮੇਂ ਦੇ ਲਈ ਤੁਹਾਥੋਂ ਕੰਮ ਲਿਆ ਜਾ ਸਕਦਾ ਨਹੀਂ, ਇਸ ਕਰਕੇ ਇਹ ਇਹਦੀ ਵਿਸ਼ੇਸ਼ਤਾ ਨਹੀਂ ਹੈਗੀ। 1 ਰੁਪਏ ਦੀ ਮੁਦਰਾ ਦੇ ਨੋਟ ਵਿੱਚ ਕਿਸ ਦੇ ਦਸਤਖਤ ਹੁੰਦੇ ਹਨ? ਵਿੱਤ ਸਕੱਤਰ ਦੇ, ਫਾਈਨਾਂਸ ਸੈਕਟਰੀ ਦੇ। ਗੌਣ ਖੇਤਰ ਜਿਸ ਨੂੰ ਕਿ ਅਸੀਂ ਸੈਕੰਡਰੀ ਸੈਕਟਰ ਵੀ ਕਹਿੰਦੇ ਆ, ਉਸ ਦੀ ਕੋਈ ਗਤੀਵਿਧੀ ਦੀ ਪਛਾਣ ਕਰਨੀ ਹੈ ਅਸੀਂ। ਅਨਾਨਾਸ ਤੋਂ ਜੈਮ ਅਤੇ ਪੀਣ ਵਾਲੇ ਪਦਾਰਥ ਬਣਾਉਣਾ। ਗਰੀਬ ਪਰਿਵਾਰਾਂ ਵਿੱਚ ਉਹ ਲੋਕ ਕੌਣ ਹਨ ਜਿਨ੍ਹਾਂ ਨੂੰ ਸਰੋਤਾਂ ਦੀ ਸਮਾਨ ਪਹੁੰਚ ਤੋਂ ਵੰਚਿਤ ਕੀਤਾ ਜਾਂਦਾ ਹੈ? ਔਰਤਾਂ, ਬਜ਼ੁਰਗ ਅਤੇ ਸ਼ਿਸ਼ੂ ਲੜਕੀ। ਹੇਠਾਂ ਲਿਖਿਆ ਵਿੱਚੋਂ ਕਿਹੜਾ ਨਵਿਆਉਣਯੋਗ ਸਰੋਤ ਨਹੀਂ ਹੈ? ਰੀਨਿਊਏਬਲ ਰਿਸੋਰਸ। ਠੀਕ ਹੈ, ਨਹੀਂ ਹੈ ਪੁੱਛਿਆ ਕਿ ਕਿਹੜਾ ਨਹੀਂ ਹੈਗਾ। ਕੱਚਾ ਤੇਲ ਹੈ ਜਿਹੜਾ, ਇਸ ਨੂੰ ਰੀਨਿਊ ਨਹੀਂ ਕੀਤਾ ਜਾ ਸਕਦਾ, ਇਹ ਨਾਨ ਰੀਨਿਊਏਬਲ ਹੈ। ਠੀਕ ਹੈ, ਗੈਸ ਸਪਲਾਈ ਡੀਲਰ ਨਵੇਂ ਕੁਨੈਕਸ਼ਨ ਦੇ ਸਮੇਂ ਉਪਭੋਗੀ ਨੂੰ ਸਟੋਵ ਖਰੀਦਣ ਲਈ ਜ਼ੋਰ ਦਿੰਦਾ ਹੈ। ਇਹ ਮਜਬੂਰੀ ਖਪਤਕਾਰਾਂ ਦੀ ਕਿਸ ਅਧਿਕਾਰ ਦੀ ਉਲੰਘਣਾ ਕਰਦੀ ਹੈ? ਤੁਹਾਨੂੰ ਮੈਂ ਪਹਿਲਾਂ ਵੀ ਦੱਸਿਆ ਕਿ ਐਜ਼ ਏ ਕੰਜ਼ਿਊਮਰ ਤੁਹਾਡੇ ਕੋਲ ਕੁਝ ਰਾਈਟਸ ਹੁੰਦੇ ਨੇ, ਇਸ ਲਈ ਜਿਹੜਾ ਹੈਗਾ, ਮੰਨ ਲਓ ਸਪੋਜ਼ ਕਰੋ ਕੋਈ ਇਸ ਤਰ੍ਹਾਂ ਦੀ ਕੰਡੀਸ਼ਨ ਆ ਜਾਂਦੀ ਹੈਗੀ ਕਿ ਗੈਸ ਸਪਲਾਈ ਡੀਲਰ ਹੈ ਜਿਹੜਾ ਨਵਾਂ ਕਨੈਕਸ਼ਨ ਦੇ ਰਿਹਾ ਹੈ, ਪਰ ਨਾਲ ਹੀ ਤੁਹਾਨੂੰ ਫੋਰਸ ਵੀ ਕਰ ਰਿਹਾ ਕਿ ਤੁਸੀਂ ਸਟੋਵ ਖਰੀਦੋ। ਠੀਕ ਹੈ, ਤਾਂ ਉਸ ਵੇਲੇ ਤੁਹਾਡੇ ਸੁਰੱਖਿਆ ਦੇ ਅਧਿਕਾਰ ਦਾ ਉਲੰਘਣ ਹੋ ਰਿਹਾ ਹੁੰਦਾ ਹੈ। ਰਾਈਟ ਟੂ ਸੇਫਟੀ।
ਕਾਰੋਬਾਰੀ ਕਲਾਸ ਵਿੱਚ ਸਿਵਲ ਨਾਫਰਮਾਨੀ ਅੰਦੋਲਨ ਵਿੱਚ ਕਿਉਂ ਹਿੱਸਾ ਲਿਆ ਸੀਗਾ ਜਿਹੜੇ ਬਿਜ਼ਨਸਮੈਨ ਸੀਗੇ? ਕਿਉਂਕਿ ਉਹ ਵਿਦੇਸ਼ੀ ਸਮਾਨ ਦੇ ਆਯਾਤ ਤੋਂ ਸੁਰੱਖਿਆ ਚਾਹੁੰਦੇ ਸਨ। ਕਿਸ ਘਟਨਾ ਨੇ ਸਿਵਲ ਨਾਫਰਮਾਨੀ ਅੰਦੋਲਨ ਦੀ ਸ਼ੁਰੂਆਤ ਕੀਤੀ? ਡਾਂਡੀ ਮਾਰਚ। ਸਾਈਮਨ ਕਮਿਸ਼ਨ ਦਾ ਬਾਈਕਾਟ ਕਿਉਂ ਕੀਤਾ ਗਿਆ ਸੀ? ਕਿਉਂਕਿ ਇਸ ਵਿੱਚ ਕੋਈ ਵੀ ਭਾਰਤੀ ਮੈਂਬਰ ਸ਼ਾਮਿਲ ਨਹੀਂ ਸੀ। ਬੱਚੋ ਜਿਹੜਾ ਸਾਈਮਨ ਕਮਿਸ਼ਨ ਸੀਗਾ ਇਹਦੇ ਵਿੱਚ ਜਿਹੜੇ ਸਾਰੇ ਮੈਂਬਰ ਸੀਗੇ ਉਹ ਬ੍ਰਿਟਿਸ਼ ਸੀ ਤੇ ਕੋਈ ਵੀ ਮੈਂਬਰ ਇੰਡੀਅਨ ਨਹੀਂ ਸੀ। ਇਸ ਕਰਕੇ ਇਹਦਾ ਬਹੁਤ ਜ਼ਿਆਦਾ ਵੱਡੇ ਪੱਧਰ ਤੇ ਵਿਰੋਧ ਕੀਤਾ ਗਿਆ ਸੀ। 1799 ਦੇ ਫਰਾਂਸੀਸੀ ਇਨਕਲਾਬ ਦਾ ਮੁੱਖ ਉਦੇਸ਼ ਕੀ ਸੀ? ਠੀਕ ਹੈ, ਫ੍ਰੈਂਚ ਰਿਵੋਲੂਸ਼ਨ ਆਈ ਸੀਗੀ 1799 ਦੇ ਵਿੱਚ, ਤਾਂ ਉਹਦਾ ਮੁੱਖ ਆਬਜੈਕਟਿਵ ਜਿਹੜਾ ਸੀਗਾ ਬਰਾਬਰੀ, ਆਜ਼ਾਦੀ ਅਤੇ ਭਾਈਚਾਰਾ ਸੀ। ਨਕਸ਼ੇ ਨੂੰ ਦੇਖਣਾ ਹੈ। ਪੱਛਮੀ ਤੱਟ ਤੇ ਸਥਿਤ ਦੋ ਪ੍ਰਮੁੱਖ ਬੰਦਰਗਾਹ ਹੈ ਜਿਹੜੀਆਂ, ਉਹਨਾਂ ਦੀ ਤੁਸੀਂ ਪਛਾਣ ਕਰਨੀ ਹੈ। ਦੇਖੋ ਸਾਡਾ ਇੰਡੀਆ ਦਿਖਾਈ ਦੇ ਰਿਹਾ ਹੋਏਗਾ ਤੁਹਾਨੂੰ ਨਕਸ਼ੇ ਦੇ ਵਿੱਚ, ਇਹ ਸੀਗਾ, ਠੀਕ ਹੈ, ਇਹ ਸਾਊਥ ਵਾਲਾ ਪਾਸਾ ਦਿਖਾਇਆ ਹੋਇਆ ਸਾਨੂੰ ਇੰਡੀਆ ਦਾ। ਤਾਂ ਇਹਦੇ ਵਿੱਚ ਅਸੀਂ ਦੋ ਪ੍ਰਮੁੱਖ ਬੰਦਰਗਾਹਾਂ ਦੀ ਪਛਾਣ ਕਰਨੀ ਹੈ ਜਿਹੜੀਆਂ ਕਿ 17ਵੀਂ ਸਦੀ ਦੇ ਦੌਰਾਨ ਪੱਛਮੀ ਤੱਟ ਤੇ ਸਥਿਤ ਸੀਗੀਆਂ। ਠੀਕ ਹੈ, ਪੱਛਮੀ ਵੈਸਟ ਯਾਨੀ ਕਿ ਵੈਸਟ ਦੇ ਵਿੱਚ, ਯਾਨੀ ਇਧਰਲੀ ਸਾਈਡ ਜਿਹੜੀਆਂ ਸੀਗੀਆਂ ਵੈਸਟਰਨ ਘਾਟ ਦੇ ਉੱਪਰ ਜਿਹੜੀਆਂ ਦੋ ਬੰਦਰਗਾਹਾਂ ਸੀਗੀਆਂ, ਸੂਰਤ ਅਤੇ ਗੋਆ। ਫਰਾਂਸੀਸੀ ਸਮਾਜ ਦਾ ਸਮੂਹ ਜਿਸ ਨੂੰ 1799 ਦੀ ਕ੍ਰਾਂਤੀ ਤੋਂ ਲਾਭ ਪ੍ਰਾਪਤ ਹੋਇਆ ਸੀ ਉਹ ਸੀਗੇ ਥਰਡ ਅਸਟੇਟ ਦੇ ਅਮੀਰ ਵਿਅਕਤੀ, ਵਪਾਰੀ, ਵਕੀਲ, ਅਮੀਰ, ਕਿਸਾਨ ਵਗੈਰਾ। ਉਹਨਾਂ ਨੂੰ ਜਿਹੜਾ ਸੀਗਾ ਇਹਦਾ ਕਾਫੀ ਐਡਵਾਂਟੇਜ ਹੋਇਆ ਸੀ। 17ਵੀਂ 18ਵੀਂ ਸਦੀ ਦੇ ਫਰਾਂਸ ਵਿੱਚ ਟਿੱਥੇ ਕਰ ਕੀ ਸੀ? ਕਰ ਹੁੰਦਾ ਟੈਕਸ, ਠੀਕ ਹੈ, ਟਿੱਥੇ ਉਸਦਾ ਨਾਂ ਸੀਗਾ, ਟਿੱਥੇ ਟੈਕਸ ਬੋਲਦੇ ਸੀਗੇ ਇਹਨੂੰ। ਤਾਂ ਉਹ ਚਰਚ ਦੁਆਰਾ ਲਗਾਇਆ ਜਾਂਦਾ ਸੀਗਾ ਇਹ ਵਾਲਾ ਟੈਕਸ, ਉਹਨੂੰ ਟਿੱਥੇ ਟੈਕਸ ਬੋਲਦੇ ਸੀ। ਅਸਹਿਯੋਗ ਅੰਦੋਲਨ ਦਾ ਪ੍ਰਸਤਾਵ ਦਸੰਬਰ 1920 ਵਿੱਚ ਸਵੀਕਾਰ ਕੀਤਾ ਗਿਆ ਸੀ। ਕਿਹੜੇ ਸੈਸ਼ਨ ਦੇ ਵਿੱਚ? ਕਾਂਗਰਸ ਦਾ ਨਾਗਪੁਰ ਦੇ ਵਿੱਚ ਜਿਹੜਾ ਸੈਸ਼ਨ ਹੋਇਆ ਸੀ ਉਹਦੇ ਵਿੱਚ ਇਹ ਪ੍ਰਸਤਾਵ ਅਸੈਪਟ ਕਰ ਲਿਆ ਗਿਆ ਸੀ। ਹਿੰਦ ਸਵਰਾਜ ਦੇ ਲੇਖਕ ਮਹਾਤਮਾ ਗਾਂਧੀ ਜੀ ਸਨ। ਜਲਿਆਂਵਾਲੇ ਬਾਗ ਦੀ ਘਟਨਾ ਅੰਮ੍ਰਿਤਸਰ ਵਿਖੇ ਵਾਪਰੀ ਸੀ। ਫਰਾਂਸੀਸੀ ਬਸਤੀਆਂ ਵਿੱਚ ਗੁਲਾਮੀ ਦੀ ਪ੍ਰਥਾ ਦਾ ਖਾਤਮਾ। ਸਭ ਤੋਂ ਵੱਧ ਬੇਟਾ ਇਹ ਕੁਐਸਚਨ ਹੈ ਜਿਹੜਾ ਇਹ ਬਹੁਤ ਕਨਫਿਊਜ਼ਿੰਗ ਹੈ ਕਿਉਂਕਿ ਇਹ ਕੁਐਸਚਨ ਹੀ ਸਹੀ ਢੰਗ ਨਾਲ ਨਹੀਂ ਬਣਿਆ ਹੋਇਆ। ਇਹਦੇ ਪੰਜਾਬੀ ਦੇ ਵਿੱਚ ਅਨੁਵਾਦ ਕਰਨ ਵੇਲੇ ਕਿਤੇ ਕੋਈ ਨਾ ਕੋਈ ਜਿਹੜਾ ਹੈਗਾ ਕਮੀ ਰਹੀ ਹੈ, ਇਹ ਮੈਂ ਤੁਹਾਨੂੰ ਬਾਅਦ ਦੇ ਵਿੱਚ ਦੱਸਾਂਗੀ। ਠੀਕ ਹੈ, ਗਾਂਧੀ ਜੀ ਵੱਲੋਂ 1919 ਵਿੱਚ ਰੌਲਟ ਐਕਟ ਦੇ ਵਿਰੁੱਧ ਸੱਤਿਆਗ੍ਰਹਿ ਸ਼ੁਰੂ ਕਰਨ ਲਈ ਚੁਣੀ ਗਈ ਮਿਤੀ ਕਿਹੜੀ ਸੀਗੀ? 6 ਅਪ੍ਰੈਲ। ਫਰਾਂਸ ਵਿੱਚ ਦਹਿਸ਼ਤ ਦਾ ਸ਼ਾਸਨ ਜਿਹੜਾ ਸੀਗਾ ਉਹ ਕਿਹੜੇ ਵਿਅਕਤੀ ਨਾਲ ਸੰਬੰਧਿਤ ਸੀ? ਮੈਕਸਮਿਲਨ ਰੌਬਸਪੀਅਰ। ਭਾਰਤ ਵਿੱਚ 20ਵੀਂ ਸਦੀ ਵਿੱਚ ਕੌਮੀ ਪਛਾਣ ਬਣਾਉਣ ਦੇ ਇੱਕ ਸਾਧਨ ਵਜੋਂ ਕਿਹਨਾਂ ਨੂੰ ਵਰਤਿਆ ਗਿਆ ਸੀ? ਇਹਦਾ ਰਾਈਟ ਆਨਸਰ ਹੈਗਾ ਆਪਸ਼ਨ ਨੰਬਰ 2। ਬ੍ਰਿਟਿਸ਼ ਰਾਜ ਦੇ ਦੌਰਾਨ ਭਾਰਤੀ ਦਸਤਕਾਰੀ ਉਦਯੋਗ ਦੇ ਪਤਨ ਦਾ ਮੁੱਖ ਕਾਰਨ ਕੀ ਸੀ? ਕਿਉਂਕਿ ਯੂਰਪ ਦੇ ਵਿੱਚ ਭਾਰਤੀ ਵਸਤੂਆਂ ਤੇ ਭਾਰੀ ਕਰ ਅਤੇ ਹੋਰ ਪਾਬੰਦੀਆਂ ਲਗਾਈਆਂ ਜਾਂਦੀਆਂ ਸੀ। ਠੀਕ ਹੈ, ਦਸਤਕਾਰੀ ਹੁੰਦਾ ਹੈਂਡੀਕ੍ਰਾਫਟ, ਜਿਹੜਾ ਸਾਡੇ ਇੰਡੀਆ ਦੇ ਵਿੱਚ ਸਮਾਨ ਤਿਆਰ ਕੀਤਾ ਜਾਂਦਾ ਸੀ ਉਸਨੂੰ ਯੂਰਪ ਦੇ ਵਿੱਚ ਕਾਫੀ ਉੱਤੇ ਟੈਕਸ ਲਗਾਏ ਜਾਂਦੇ ਸੀ, ਜਿਸ ਕਰਕੇ ਉਹ ਮਹਿੰਗਾ ਹੋ ਜਾਂਦਾ ਸੀ ਤੇ ਯੂਰਪ ਦਾ ਸਮਾਨ ਭਾਰਤ ਦੇ ਵਿੱਚ ਆਯਾਤ ਕੀਤਾ ਜਾਂਦਾ ਸੀ ਜੋ ਕਿ ਬਹੁਤ ਸਸਤਾ ਵੇਚਿਆ ਜਾਂਦਾ ਸੀ। ਜਿਸ ਕਰਕੇ ਜਿਹੜੇ ਹੈਂਡੀਕ੍ਰਾਫਟ ਵਾਲੇ ਲੋਕ ਸੀ, ਉਦਯੋਗ ਚਲਾਉਂਦੇ ਸੀ, ਉਹਨਾਂ ਦਾ ਬਹੁਤ ਜ਼ਿਆਦਾ ਨੁਕਸਾਨ ਹੁੰਦਾ ਸੀ ਤੇ ਹੌਲੀ ਹੌਲੀ ਉਹਨਾਂ ਦਾ ਪਤਨ ਹੋ ਗਿਆ ਸੀ। ਠੀਕ ਹੈ, ਡਿਕਲਾਈਨ ਹੋ ਗਿਆ ਸੀ ਬਿਲਕੁਲ ਹੀ ਉਹਨਾਂ ਦਾ। ਮਿਤਾਲੀ ਆਪਣੇ ਸ਼ਹਿਰ ਹੋਸ਼ੰਗਾਬਾਦ ਨੂੰ ਐਟਲਸ ਵਿੱਚ ਦੇਖਣਾ ਚਾਹੁੰਦੀ ਹੈ, ਇਸ ਲਈ ਉਸਨੂੰ ਉਹਦਾ ਵਿਥਕਾਰ ਤੇ ਲੰਬਕਾਰ ਦੋਨੇ ਹੀ ਪਤਾ ਹੋਣੇ ਚਾਹੀਦੇ ਨੇ, ਫੇਰ ਹੀ ਅਸੀਂ ਕਿਸੇ ਚੀਜ਼ ਨੂੰ ਐਟਲਸ ਦੇ ਉੱਪਰ ਲੱਭ ਸਕਦੇ ਹਾਂ। ਠੀਕ ਹੈ, ਜੇਕਰ ਅਸੀਂ ਉਹਦੇ ਜਿਹੜੇ ਹੈਗੇ ਲੈਟੀਟਿਊਡ ਤੇ ਲੌਂਗੀਟਿਊਡ ਬਾਰੇ ਸਾਨੂੰ ਜਾਣਕਾਰੀ ਹੋਏਗੀ ਤਾਂ ਅਸੀਂ ਕਿਸੇ ਚੀਜ਼ ਨੂੰ ਐਟਲਸ ਦੇ ਉੱਪਰ ਲੋਕੇਟ ਕਰ ਸਕਦੇ ਹਾਂ। ਕਿਸ ਕਿਸਮ ਦੇ ਜੰਗਲਾਂ ਵਿੱਚ ਦਰਖਤ ਹੈ ਜਿਹੜੇ ਉਹ ਗਰਮੀ ਦੇ ਵਿੱਚ 6 ਤੋਂ 8 ਹਫ਼ਤਿਆਂ ਲਈ ਆਪਣੇ ਪੱਤੇ ਝਾੜ ਦਿੰਦੇ ਨੇ? ਉਸ਼ਣ ਪਤਝੜ ਜੰਗਲਾਂ ਦੇ ਦਰਖਤ। ਜੂਨ ਦੇ ਮੱਧ ਵਿੱਚ ਪੱਛਮੀ ਘਾਟ ਦੇ ਕੋਲ ਬਾਰਿਸ਼ ਦਾ ਮੁੱਖ ਕਾਰਨ ਥਰਮਲ ਸੰਵਹਿਣ ਹੁੰਦਾ ਹੈ। ਠੀਕ ਹੈ, ਜਿਹੜੀਆਂ ਅਰੇਬੀਅਨ ਸੀ ਦੇ ਵਿੱਚੋਂ ਹਵਾਵਾਂ ਉੱਠਦੀਆਂ ਨੇ ਉਹ ਜਿਹੜੀਆਂ ਹੈਗੀਆਂ ਪੱਛਮੀ ਘਾਟ ਦੇ ਵਿੱਚ ਬਾਰਿਸ਼ ਦਾ ਕਾਰਨ ਬਣਦੀਆਂ ਨੇ ਜੂਨ ਦੇ ਮੱਧ ਵਿੱਚ। ਸੂਤੀ ਕੱਪੜਾ, ਰਬੜ, ਖਾਣ ਵਾਲੇ ਤੇਲ, ਕਾਗਜ਼, ਇਹ ਕਿਸ ਪ੍ਰਕਾਰ ਦੇ ਉਦਯੋਗ ਹੈ? ਐਗਰੋ ਬੇਸਡ। ਨਕਸ਼ੇ ਤੇ ਦਰਸਾਈ ਜਿਹੜੀ ਦਰਿਆ ਹੈ ਉਸਦੀ ਤੁਸੀਂ ਪਛਾਣ ਕਰਨੀ ਹੈ। ਬੇਟਾ ਇਹ ਮਹਾਨਦੀ ਹੈ, ਬਹੁਤ ਵੱਡੀ ਰਿਵਰ ਹੈ, ਸਾਡੇ ਇੰਡੀਆ ਦੀ ਸ਼ਾਨ ਹੈ। ਤੁਸੀਂ ਦੇਖ ਸਕਦੇ ਹੋ ਕਿ ਇਹ ਨਦੀ ਹੈ ਜਿਹੜੀ ਇੱਥੇ ਦਿਖਾਈ ਗਈ ਹੈ, ਇਹ ਮਹਾਨਦੀ ਹੈ ਬੱਚੋ। ਹੋਰ ਫਸਲਾਂ ਦੇ ਨਾਲ ਨਾਲ ਦਾਲਾਂ ਦੀ ਪੈਦਾਵਾਰ ਵਿੱਚ ਫਸਲੀ ਚੱਕਰ ਅਪਣਾਉਣ ਦਾ ਕੀ ਕਾਰਨ ਹੈ? ਤੁਸੀਂ ਦੇਖਿਆ ਹੋਵੇਗਾ ਕਿ ਜਿਹੜੀਆਂ ਹੈਗੀਆਂ ਨੇ ਸਾਉਣੀ ਤੇ ਹਾੜੀ ਦੀਆਂ ਫਸਲਾਂ ਬੀਜੀਆਂ ਜਾਂਦੀਆਂ ਨੇ, ਕਈ ਕਿਸਾਨ ਉਹਦੇ ਵਿੱਚ ਕ੍ਰੌਪ ਰੋਟੇਸ਼ਨ ਕਰ ਲੈਂਦੇ ਆ, ਨਾਲ ਨਾਲ ਕੁਝ ਦਾਲਾਂ ਜਿਹੜੀਆਂ ਉਹਨਾਂ ਨੂੰ ਬੀਜ ਦਿੰਦੇ ਆ।
ਜਿਹੜੀਆਂ ਕਿ ਬਹੁਤ ਜਲਦੀ ਕੁਝ ਦਿਨਾਂ ਦੇ ਵਿੱਚ ਹੀ ਪੱਕ ਕੇ ਤਿਆਰ ਹੋ ਜਾਂਦੀਆਂ। ਠੀਕ ਹੈ, ਇਹਦਾ ਕਾਰਨ ਕੀ ਹੈ ਕਿ ਉਹ ਮਿੱਟੀ ਦੀ ਉਪਜਾਊ ਸ਼ਕਤੀ ਨੂੰ ਬਹਾਲ ਕਰਨ ਦੇ ਵਿੱਚ ਮਦਦ ਕਰਦੇ ਆ। ਬੱਚੋ ਤੁਹਾਨੂੰ ਪਤਾ ਹੀ ਹੋਣਾ ਹੈ ਕਿ ਜਿਹੜੀਆਂ ਫਲੀਆਂ ਵਾਲੀਆਂ ਦਾਲਾਂ ਬੀਜੀਆਂ ਜਾਂਦੀਆਂ ਨੇ ਉਹ ਸਾਡੀ ਧਰਤੀ ਦੇ ਵਿੱਚ ਮਿੱਟੀ ਨੂੰ ਨਾਈਟ੍ਰੋਜਨ ਪ੍ਰਦਾਨ ਕਰਦੀਆਂ ਨੇ। ਠੀਕ ਹੈ ਨਾ, ਜਿਹੜੀਆਂ ਹੋਰ ਫਸਲਾਂ ਹੁੰਦੀਆਂ ਨੇ ਉਹ ਨਾਈਟ੍ਰੋਜਨ ਨੂੰ ਚੂਸ ਲੈਂਦੀਆਂ ਨੇ, ਤਾਂ ਜਿੰਨੀ ਕੁ ਕਮੀ ਆਂਦੀ ਹੈ ਮਿੱਟੀ ਦੇ ਵਿੱਚ ਓਨੀ ਕੁ ਨਾਈਟ੍ਰੋਜਨ ਉਹ ਵਾਪਸ ਦੇ ਦਿੰਦੀਆਂ ਨੇ ਦਾਲਾਂ ਵਾਲੀਆਂ ਫਸਲਾਂ। ਨਕਸ਼ੇ ਦਾ ਮੁਆਇਨਾ ਕਰੋ ਅਤੇ ਰੰਗਤ ਖੇਤਰ ਦੀ ਪਛਾਣ ਕਰੋ ਜੋ ਕਿ ਜੂਨ ਤੋਂ ਸਤੰਬਰ ਦੇ ਵਿਚਕਾਰ 400 ਸੈਂਟੀਮੀਟਰ ਤੋਂ ਜ਼ਿਆਦਾ ਵਰਖਾ ਪ੍ਰਦਾਨ ਕਰਦਾ ਹੈ। ਇਹ ਵਾਲਾ ਹਿੱਸਾ ਜਿਹੜਾ, ਇਸ ਨੂੰ ਅਸੀਂ ਡੈਕਨ ਪਲੈਟੀਓ ਵੀ ਬੋਲਦੇ ਹਾਂ, ਡੱਕਨ ਪਠਾਰ ਬੋਲਦੇ ਹਾਂ ਇਸ ਨੂੰ ਪੰਜਾਬੀ ਦੇ ਵਿੱਚ। ਇਹ ਵਾਲਾ ਹਿੱਸਾ ਤੁਸੀਂ ਦੇਖ ਸਕਦੇ ਹੋ ਸ਼ੇਡਡ ਹੈ। ਜੂਨ ਤੋਂ ਸਤੰਬਰ ਦੇ ਵਿਚਕਾਰ ਇੱਥੇ ਬਹੁਤ ਜ਼ਿਆਦਾ ਵਰਖਾ ਹੁੰਦੀ ਹੈ। ਅਸਾਮ, ਪੱਛਮੀ ਬੰਗਾਲ ਅਤੇ ਉੜੀਸਾ ਜਿਹੇ ਰਾਜਾਂ ਵਿੱਚ ਫਸਲਾਂ ਬੀਜੀਆਂ ਜਾਂਦੀਆਂ ਜਿਨ੍ਹਾਂ ਦੇ ਨਾਮ ਨੇ ਆਸੂ, ਅਮਾਨ ਅਤੇ ਬੋਰੋ। ਇਹ ਝੋਨੇ ਦੇ ਜਿਹੜੀਆਂ ਹੈਗੀਆਂ ਕਿਸਮ ਦੀਆਂ ਫਸਲਾਂ ਨੇ, ਝੋਨੇ ਵਰਗੀਆਂ ਹੀ ਹੁੰਦੀਆਂ ਇਹ। ਠੀਕ ਹੈ, ਲੋਹੇ ਦੀ ਕੱਚੀ ਧਾਤ, ਇਹ ਕਿਸ ਕਿਸਮ ਦਾ ਸਰੋਤ ਹੈ? ਗੈਰ ਨਵਿਆਉਣਯੋਗ ਹੈ, ਨੌਨ ਰੀਨਿਊਏਬਲ ਹੈ ਇਹ ਬੱਚੋ। ਇਹਨਾਂ ਵਿੱਚੋਂ ਕਿਹੜਾ ਮਹੀਨਾ ਭਾਰਤ ਵਿੱਚ ਮੀਂਹ ਵੱਧ ਪ੍ਰਾਪਤ ਕਰਦਾ ਹੈ? ਜੂਨ ਤੋਂ ਸੈਪਟੰਬਰ। ਸਾਨੂੰ ਪਤਾ ਹੀ ਹੈ ਕਿ ਜੂਨ ਤੋਂ ਸੈਪਟੰਬਰ ਤੱਕ ਜਿਹੜਾ ਹੈਗਾ ਰੇਨੀ ਸੀਜ਼ਨ ਚੱਲਦਾ ਸਾਡੇ ਇੰਡੀਆ ਦੇ ਵਿੱਚ। ਹੇਠਾਂ ਦਿੱਤੀ ਹੋਈ ਤਸਵੀਰ ਨੂੰ ਉਦਯੋਗ ਮਾਰਕੀਟ ਸੰਬੰਧ ਨੂੰ ਦਰਸਾਉਂਦੀ ਹੈ ਤੇ ਇਹਦਾ ਸਹੀ ਕ੍ਰਮ ਹੈ ਜਿਹੜਾ ਉਹ ਪਹਿਲਾ ਹੈ। ਮੌਨਸੂਨ ਦੇ ਮੌਸਮ ਵਿੱਚ ਸਿੱਲੇ ਅਤੇ ਖੁਸ਼ਕ ਅੰਤਰਾਲ ਨੂੰ ਕੀ ਕਿਹਾ ਜਾਂਦਾ ਹੈ? ਮੌਨਸੂਨ ਵਿੱਚ ਤੋੜ ਜਾਂ ਮੌਨਸੂਨ ਬ੍ਰੇਕ ਵੀ ਬੋਲਦੇ ਆ। ਠੀਕ ਹੈ, ਕੁਝ ਸਮੇਂ ਦੇ ਲਈ ਮੌਸਮ ਹੈ ਜਿਹੜਾ ਸਿੱਲਾ ਤੇ ਖੁਸ਼ਕ ਹੋ ਜਾਂਦਾ ਹੈ ਤੇ ਇਸ ਥੋੜੇ ਜਿਹੇ ਇੰਟਰਵਲ ਨੂੰ ਅਸੀਂ ਕਹਿ ਦਿੰਦੇ ਹਾਂ ਮੌਨਸੂਨ ਬ੍ਰੇਕ। ਦਿੱਤੇ ਹੋਏ ਚਿੱਤਰ ਨੂੰ ਧਿਆਨ ਨਾਲ, ਪਾਈ ਚਾਰਟ ਦਿੱਤਾ ਹੋਇਆ ਬੇਟਾ, ਇਸ ਨੂੰ ਕੇਅਰਫੁੱਲੀ ਤੁਸੀਂ ਰੀਡ ਕਰੋ। ਤਾਂ ਅਸੀਂ ਜਿਹੜਾ ਇਹਦੇ ਵਿੱਚੋਂ ਆਇਡੈਂਟੀਫਾਈ ਕਰਨਾ ਹੈ ਸਭ ਤੋਂ ਉੱਤਮ ਚੂਨਾ ਪੱਥਰ ਦੇ ਉਤਪਾਦਨ ਵਾਲਾ ਰਾਜ, ਦੈਟਸ ਆਂਧਰਾ ਪ੍ਰਦੇਸ਼। ਅੱਗੇ ਵੱਖ-ਵੱਖ ਕਿਸਮ ਦੀਆਂ ਫਸਲਾਂ ਦੇ ਲਈ ਭੂਗੋਲਿਕ ਸ਼ਰਤ ਦਿੱਤੀ ਹੋਈ ਹੈ, ਉਹਦੇ ਨਾਲ ਤੁਸੀਂ ਉਸਨੂੰ ਮੈਚ ਕਰਨਾ ਹੈ। ਇੱਕ ਖਰੀਫ ਫਸਲ ਹੈ ਜਿਸ ਨੂੰ ਉੱਚ ਨਮੀ ਅਤੇ 100 ਸੈਂਟੀਮੀਟਰ ਤੋਂ ਵੀ ਉੱਪਰ ਵਰਖਾ ਦੀ ਲੋੜ ਹੁੰਦੀ ਹੈ। ਬੱਚੋ ਇਹ ਚਾਵਲ, ਠੀਕ ਹੈ, ਸਾਨੂੰ ਪਤਾ ਹੀ ਹੈ ਕਿ ਚਾਵਲ ਜਿਹੜੇ ਹੁੰਦੇ ਆ, ਝੋਨਾ ਵੀ ਕਹਿ ਦਿੰਦੇ ਆ ਇਹਨਾਂ ਨੂੰ, ਬਹੁਤ ਜ਼ਿਆਦਾ ਪਾਣੀ ਦੀ ਤੇ ਵਰਖਾ ਦੀ ਜ਼ਰੂਰਤ ਹੁੰਦੀ ਹੈ। ਇੱਕ ਹਾੜੀ ਦੀ ਫਸਲ ਜਿਸ ਨੂੰ ਪੱਕਣ ਸਮੇਂ ਬਦਲਦੇ ਮੌਸਮ ਵਿੱਚ 50-70 ਸੈਂਟੀਮੀਟਰ ਵਰਖਾ ਅਤੇ ਚਮਕਦਾਰ ਧੁੱਪ ਦੀ ਜ਼ਰੂਰਤ ਹੁੰਦੀ ਹੈ, ਇਹ ਕਣਕ ਹੁੰਦੀ ਹੈ। ਠੀਕ ਹੈ, ਚਮਕਦਾਰ ਧੁੱਪ ਦੀ ਕਿਉਂ ਜ਼ਰੂਰਤ ਹੁੰਦੀ ਹੈ? ਕਿਉਂਕਿ ਜਦੋਂ ਇਹ ਪੱਕ ਜਾਂਦੀ ਹੈ ਫਸਲ, ਕਣਕ ਦੇ ਵਿੱਚ ਦਾਣੇ ਵਗੈਰਾ ਬਣਨੇ ਸ਼ੁਰੂ ਹੋ ਜਾਂਦੇ ਆ, ਤਾਂ ਉਹਦੇ ਲਈ ਚਮਕਦਾਰ ਧੁੱਪ ਹੋਣੀ ਬਹੁਤ ਜ਼ਰੂਰੀ ਹੈ। ਉਹਦੇ ਨਾਲ ਹੀ ਇਹਦੇ ਵਿੱਚ ਜਿਹੜੇ ਵੀਟ ਬਣਨੀ ਸ਼ੁਰੂ ਹੁੰਦੀ ਹੈ। ਸੌਣੀ ਦੀ ਫਸਲ ਹੈ ਜਿਸ ਨੂੰ ਉੱਚ ਤਾਪਮਾਨ, ਹਲਕੀ ਬਾਰਿਸ਼ ਤੇ ਕਾਲੀ ਮਿੱਟੀ ਦੀ ਲੋੜ ਹੁੰਦੀ ਹੈ, ਇਹ ਕਪਾਹ ਹੈ। ਕਿਉਂਕਿ ਸਾਨੂੰ ਪਤਾ ਹੀ ਹੈ ਵੀ ਕਪਾਹ ਦੇ ਲਈ ਜਿਹੜੀ ਕਾਲੀ ਮਿੱਟੀ ਹੈ, ਬਲੈਕ ਸੋਇਲ ਹੈ, ਉਹ ਰਿਕੁਆਇਰਡ ਹੁੰਦੀ ਹੈ। ਉਹ ਫਸਲ ਜਿਸ ਨੂੰ ਚੰਗੀ ਨਿਕਾਸੀ ਵਾਲੀ ਮਿੱਟੀ ਅਤੇ ਨਿੱਘੇ ਸਲਾਬ ਮੁਕਤ ਮੌਸਮ ਚਾਹੀਦਾ ਹੁੰਦਾ ਹੈ, ਇਹਦਾ ਆਨਸਰ ਹੈ ਚਾਹ। ਠੀਕ ਹੈ, ਇਹ ਸਾਰੀਆਂ ਆਪਸ਼ਨਸ ਨੂੰ ਤੁਸੀਂ ਮੈਚ ਕਰ ਲੈਣਾ। ਥਰਡ ਆਪਸ਼ਨ ਇਜ਼ ਰਾਈਟ। ਮੈਟਰੋਪੋਲੀਟਨ ਸ਼ਹਿਰਾਂ ਵਿੱਚ ਤਾਪਮਾਨ ਜ਼ਿਆਦਾ ਹੁੰਦਾ, ਉਸਦੇ ਕਿਹੜੇ ਕਿਹੜੇ ਦੋ ਕਾਰਨ ਹੈ? ਇੱਕ ਤਾਂ ਸ਼ਹਿਰਾਂ ਵਿੱਚ ਬਹੁਤ ਜ਼ਿਆਦਾ ਭੀੜ ਹੁੰਦੀ ਹੈ, ਸੈਕਿੰਡ ਉੱਥੇ ਜਿਹੜੀਆਂ ਇਮਾਰਤਾਂ ਹੁੰਦੀਆਂ ਨੇ ਉਹਨਾਂ ਵਿੱਚ ਕੰਕਰੀਟ ਦੀ ਵਰਤੋਂ ਕੀਤੀ ਜਾਂਦੀ ਹੈ, ਜਿਸ ਕਰਕੇ ਜਿਹੜੇ ਮਕਾਨ ਵਗੈਰਾ ਉਹ ਗਰਮੀ ਦੇ ਵਿੱਚ ਬਹੁਤ ਜ਼ਿਆਦਾ ਤਪ ਜਾਂਦੇ ਆ। ਠੀਕ ਹੈ, ਤੇ ਉੱਥੇ ਜਿਹੜਾ ਟੈਂਪਰੇਚਰ ਹੈ ਉਹ ਵੀ ਇਨਕਰੀਜ਼ ਹੋ ਜਾਂਦਾ ਹੈ। ਸੋ ਰਾਈਟ ਆਪਸ਼ਨ ਇਜ਼ ਏ। ਬੱਚੋ ਇਹ ਤਾਂ ਸੀਗਾ ਤੁਹਾਡੇ ਨੈਸ ਦੇ ਪੇਪਰ ਦਾ ਸੋਲਿਊਸ਼ਨ। ਜੇਕਰ ਤੁਹਾਨੂੰ ਵੀਡੀਓ ਅੱਛੀ ਲੱਗੀ ਤਾਂ ਪਲੀਜ਼ ਸ਼ੇਅਰ ਜ਼ਰੂਰ ਕਰ ਦੇਣਾ। ਮਿਲਦੇ ਹਾਂ ਫਿਰ ਨੈਕਸਟ ਵੀਡੀਓ ਦੇ ਵਿੱਚ। ਗੁੱਡ ਬਾਏ।